ਖਾਲਿਸਤਾਨ ਦੀ ਗੱਲ ਕਰਨ ਵਾਲੇ ਸਰਦਾਰ ਮਾਨ ਦਾ ਭਾਰਤੀ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਚੋਣਾਂ ਲੜਨੀਆਂ, ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦਾ ਹੌਸਲਾ ਹੀ ਉਹਨਾਂ ਦੀ ਅਸਲ ਸ਼ਕਤੀ ਹੈ। ਤੁਸੀਂ ਸੋਚੋ, ਜਿਸ ਸੋਚ ਨੂੰ 90% ਸੰਸਦ ਮੈਂਬਰ ਨਫ਼ਰਤ ਕਰਦੇ ਹਨ, ਉਸੇ ਨੂੰ ਮਜਬੂਰਨ ਉਹਨਾਂ ਨੂੰ ਪਾਰਲੀਮੈਂਟ ਵਿੱਚ ਸੁਣਨਾ ਪਵੇਗਾ। ਇਹ ਕੋਈ ਛੋਟੀ ਗੱਲ ਨਹੀਂ ਹੈ। ਉਹਨਾਂ ਦੀ ਜਿੱਤ ਸਿੱਖ ਲੀਡਰਸ਼ਿਪ ਦੇ ਉਸ ਖਲਾਅ ਨੂੰ ਵੀ ਪੂਰਦੀ ਹੈ ਜਿਸ ਦੀ ਲੰਮੇ ਸਮੇਂ ਤੋਂ ਪੰਥ ਨੂੰ ਉਡੀਕ ਸੀ, ਜੋ ਉਹਨਾਂ ਦੀ ਆਵਾਜ਼ ਬਣੇ, ਸਿੱਧੀ ਤੇ ਸਾਫ਼ ਗੱਲ ਕਹੇ, ਬਿਨਾਂ ਕਿਸੇ ਲਾਗ ਲਪੇਟ ਦੇ, ਬਿਨਾਂ ਕਿਸੇ ਚਾਪਲੂਸੀ ਜਾਂ ਡਰ ਦੇ। ਹਾਲਾਂਕਿ ਇਸ ਜਿੱਤ ਨਾਲ ਕੋਈ ਬਹੁਤ ਵੱਡਾ ਫਰਕ ਪੈ ਜਾਏਗਾ ਜਾਂ ਪੰਥ ਇੱਕਦਮ ਕਿਸੇ ਨਿਰਣਾਇਕ ਮੋੜ ਤੇ ਪਹੁੰਚ ਜਾਏਗਾ, ਅਜਿਹਾ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਲ ਹੀ ਵਿੱਚ ਹੋਈ ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। 3 ਮਹੀਨੇ ਪਹਿਲਾਂ ਮਿਲੀ ਝਾੜੂ ਫੇਰੂ ਜਿੱਤ ਨੇ ਅਰਸ਼ ਤੇ ਉੱਡਦੇ ਝਾੜੂ ਵਾਲਿਆਂ ਨੂੰ ਫਰਸ਼ ਤੇ ਲਿਆ ਮਾਰਿਆ। ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕਿਵੇਂ ਇਸ ਕੌੜੇ ਘੁੱਟ ਨੂੰ ਲੰਘਾਉਣ। ਉਧਰ ਅਕਾਲੀ ਦਲ ਬਾਦਲ ਵੀ ਆਪਣੀ ਰਹਿੰਦੀ ਖੂੰਦੀ ਗਵਾ ਬੈਠਾ ਹੈ। ਉਹ ਝਾਂਜਰਾਂ ਵਾਂਗੂ ਕਦੇ ਇਸ ਪੈਰ ਤੇ ਤੇ ਕਦੇ ਉਸ ਪੈਰ ਤੇ ਵੱਜਦਾ ਦਿਸਣ ਲੱਗ ਪਿਆ ਹੈ। ਕੁੱਲ ਮਿਲਾ ਕੇ ਸੰਗਰੂਰ ਦੇ ਇਸ ਚੋਣ ਨਤੀਜੇ ਨੇ ਜਿੱਥੇ ਆਪ ਦੇ ਵਕਾਰ ਨੂੰ ਖੋਰਾ ਲਾਇਆ, ਅਕਾਲੀ ਦਲ ਬਾਦਲ ਦੇ ਵਜੂਦ ਨੂੰ ਵੀ ਖਤਰੇ ਵਿੱਚ ਪਾ ਦਿੱਤਾ। ਉੱਥੇ ਹੀ ਅਕਾਲੀ ਦਲ ਅੰਮ੍ਰਿਤਸਰ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ। ਪੰਥ ਅਤੇ ਪੰਜਾਬ ਦੀ ਸਿਆਸਤ ਨੂੰ ਇੱਕ ਮੋੜਾ ਦੇ ਦਿੱਤਾ ਹੈ। ਲੇਕਿਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਇਸ ਇਕੱਲੀ ਜਿੱਤ ਦੇ ਕੀ ਮਾਇਨੇ ਹਨ, ਕਿਸ ਤਰ੍ਹਾਂ ਇਹ ਪੰਜਾਬ ਅਤੇ ਪੰਥ ਦੀ ਸਿਆਸਤ ਨੂੰ ਪ੍ਰਭਾਵਿਤ ਕਰੇਗੀ, ਇਸੇ ਵਿਚਾਰ ਚਰਚਾ ਨੂੰ ਲੈ ਕੇ ਹਾਜ਼ਰ ਹਾਂ ਮੈਂ, ਤੁਹਾਡਾ ਆਪਣਾ ਭੁਪਿੰਦਰ ਸਿੰਘ ਭਾਈ ਖੇਲ। ਉਮੀਦ ਹੈ ਆਪ ਸਭ ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਸਦਕਾ ਚੜ੍ਹਦੀ ਕਲਾ ਵਿੱਚ ਹੋਵੋਗੇ। ਇਸੇ ਆਸ ਅਤੇ ਅਰਦਾਸ ਦੇ ਨਾਲ ਪੇਸ਼ ਹੈ ਅਹਿਮ ਖੁਲਾਸਿਆਂ ਨਾਲ ਖਾਸ ਰਿਪੋਰਟ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੇ ਮਾਇਨੇ। ਪੰਜਾਬ ਵਿੱਚ ਜਿੱਥੇ 3 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਨੇ ਅਸੈਂਬਲੀ ਚੋਣਾਂ ਵਿੱਚ 117 ਸੀਟਾਂ ਵਿੱਚੋਂ 92 ਸੀਟਾਂ ਜਿੱਤ ਕੇ ਹੂੰਜਾ ਫੇਰ ਦਿੱਤਾ ਸੀ, ਉਸ ਦੇ ਠੀਕ 3 ਮਹੀਨੇ ਬਾਅਦ ਉਸੇ ਸਟੇਟ ਵਿੱਚ ਜੇ ਉਹ ਲੋਕ ਸਭਾ ਦੀ ਸੀਟ ਹਾਰ ਜਾਂਦੀ ਹੈ ਤਾਂ ਉਸ ਦੇ ਖਾਸ ਮਾਇਨੇ ਹਨ। ਇਸ ਲਈ ਵੀ ਕਿ ਸੰਗਰੂਰ ਦੀ ਇਹ ਲੋਕ ਸਭਾ ਸੀਟ ਖੁਦ ਮੁੱਖ ਮੰਤਰੀ ਬਣੇ ਭਗਵੰਤ ਮਾਨ ਨੇ ਖਾਲੀ ਕੀਤੀ ਸੀ ਅਤੇ ਰਵਾਇਤੀ ਟ੍ਰੈਂਡ ਵੀ ਇਹੀ ਰਿਹਾ ਹੈ ਕਿ ਜ਼ਿਮਨੀ ਚੋਣਾਂ ਅਕਸਰ ਜਿੱਤੀ ਹੋਈ ਪਾਰਟੀ ਦੇ ਹੱਕ ਵਿੱਚ ਹੀ ਭੁਗਤਦੀ ਹੈ। ਇਹ ਦੋਵੇਂ ਗੱਲਾਂ ਨਹੀਂ ਹੋਈਆਂ। ਆਪ ਦੀ ਲਹਿਰ ਇੰਨੀ ਛੇਤੀ ਹਵਾ ਹੋ ਜਾਏਗੀ ਕਿਸੇ ਸੋਚਿਆ ਵੀ ਨਹੀਂ ਸੀ। ਲੇਕਿਨ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੇ ਆਪਣੇ ਮਾਇਨੇ ਹਨ। ਜੇ ਰਵਾਇਤੀ ਟ੍ਰੈਂਡ ਨੂੰ ਦੇਖਦੇ ਹਾਂ, ਪਹਿਲੀ ਗੱਲ ਇਹ ਕਿ ਸੀਟ ਦੀ ਰੂਟੀਨ ਵੋਟਿੰਗ ਪਰਸੈਂਟੇਜ ਦੇ ਮੁਕਾਬਲੇ ਇਸ ਵਾਰ ਵੋਟਿੰਗ ਬਹੁਤ ਘੱਟ ਹੋਈ। ਸੰਗਰੂਰ ਦਾ ਵੋਟਰ ਬਹੁਤ ਜਾਗਰੂਕ ਅਤੇ ਬਹੁਤ ਹੀ ਐਕਟਿਵ ਵੀ ਰਿਹਾ ਹੈ। ਪਹਿਲਾਂ ਹੋਈਆਂ ਚੋਣਾਂ ਵਿੱਚ ਐਵਰੇਜ 70% ਤੋਂ ਉੱਪਰ ਹੀ ਵੋਟਾਂ ਪੈਂਦੀਆਂ ਰਹੀਆਂ ਹਨ, ਪਰ ਇਸ ਜ਼ਿਮਨੀ ਚੋਣ ਵਿੱਚ ਸਿਰਫ 37% ਵੋਟਾਂ ਹੀ ਪਈਆਂ। ਇਸ ਦੇ ਪਿੱਛੇ ਕਈ ਕਾਰਨਾਂ ਵਿੱਚੋਂ ਇੱਕ ਕਾਰਨ ਕਿਸਾਨਾਂ ਦਾ ਝੋਨੇ ਦੀ ਬਿਜਾਈ ਵਿੱਚ ਰੁਝੇਵਾਂ ਵੀ ਦੱਸਿਆ ਗਿਆ। ਨਾਲ ਹੀ ਕੁਝ ਸਿਆਸੀ ਮਾਹਰ ਆਪ ਦੀ 3 ਮਹੀਨੇ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ ਦੇ ਪ੍ਰਤੀਕਰਮ ਵਿੱਚ ਲੋਕਾਂ ਵਿੱਚ ਆਈ ਉਦਾਸੀਨਤਾ ਵੀ ਇੱਕ ਕਾਰਨ ਮੰਨ ਰਹੇ ਹਨ। ਜੋ ਵੀ ਹੈ, ਇਹਨਾਂ ਚੋਣਾਂ ਦੇ ਨਤੀਜਿਆਂ ਵਿੱਚ ਦਾ ਜੋ ਰੁਝਾਨ ਸਾਹਮਣੇ ਆਇਆ ਉਹ ਗੌਰ ਕਰਨ ਵਾਲੇ ਹਨ। ਸੰਗਰੂਰ ਦੀ ਇਸ ਲੋਕ ਸਭਾ ਸੀਟ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਹਨ। ਫਰਵਰੀ 2022 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਹਨਾਂ ਜ਼ਿਮਨੀ ਚੋਣਾਂ ਦੇ ਰਿਜ਼ਲਟ ਨੂੰ ਦੇਖਣ ਤੋਂ ਪਤਾ ਚੱਲਦਾ ਹੈ ਕਿ ਇਸ ਕੰਸਟੀਚੁਐਂਸੀ ਦੇ ਸਾਰੇ ਹਲਕੇ ਧੂਰੀ, ਲਹਿਰਾਗਾਗਾ, ਬਰਨਾਲਾ, ਸੰਗਰੂਰ, ਭਦੌੜ, ਦਿੜਬਾ, ਸੁਨਾਮ, ਮਲੇਰਕੋਟਲਾ ਅਤੇ ਮਹਿਲ ਕਲਾਂ ਜਿੱਥੇ ਅਸੈਂਬਲੀ ਚੋਣਾਂ ਵਿੱਚ ਆਪ ਜਿੱਤੀ ਸੀ, ਉਹਨਾਂ ਸਾਰੇ ਹਲਕਿਆਂ ਵਿੱਚ ਸਰਦਾਰ ਮਾਨ ਐਤਕੀ ਅੱਗੇ ਹੋ ਗਏ ਅਤੇ ਆਪ ਪਿੱਛੇ ਰਹਿ ਗਈ। ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਗ੍ਰਾਫ ਇੱਕਦਮ ਥੱਲੇ ਚਲਾ ਗਿਆ, ਵੋਟਾਂ ਦੀ ਪਰਸੈਂਟੇਜ ਦਾ ਟ੍ਰੈਂਡ ਤੁਹਾਡੇ ਸਾਹਮਣੇ ਸਕਰੀਨ ਤੇ ਹੈ। ਸਾਫ਼ ਦਿਖਾਈ ਦੇ ਰਿਹਾ ਹੈ ਕਿ 3 ਮਹੀਨਿਆਂ ਵਿੱਚ 3 ਮੁੱਖ ਪਾਰਟੀਆਂ ਨੂੰ ਖੋਰਾ ਲੱਗਿਆ।
ਆਮ ਆਦਮੀ ਪਾਰਟੀ ਦਾ ਸਭ ਤੋਂ ਵੱਧ ਨੁਕਸਾਨ ਹੋਇਆ। ਇਸ ਦੀਆਂ ਵੋਟਾਂ 18% ਘਟੀਆਂ। ਉਸ ਦੇ ਮੁਕਾਬਲੇ ਸਭ ਤੋਂ ਵੱਧ ਫਾਇਦਾ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਹੋਇਆ। ਇਸ ਦੀ ਵੋਟ ਪਰਸੈਂਟੇਜ ਵਿੱਚ ਤਕਰੀਬਨ 36% ਵਾਧਾ ਹੋਇਆ। ਭਾਜਪਾ ਦੀ ਵੋਟ ਪ੍ਰਤੀਸ਼ਤ ਵੀ ਵਧੀ ਹੈ। ਉਹੀ ਸਰਦਾਰ ਮਾਨ ਜੋ 3 ਮਹੀਨੇ ਪਹਿਲਾਂ ਅਮਰਗੜ੍ਹ ਦੀ ਅਸੈਂਬਲੀ ਸੀਟ ਤੋਂ ਆਪ ਤੋਂ 6000 ਵੋਟਾਂ ਤੋਂ ਹਾਰ ਗਏ ਸੀ, ਅੱਜ ਸੰਗਰੂਰ ਦੀ ਲੋਕ ਸਭਾ ਸੀਟ ਤੋਂ ਜੇਤੂ ਹੋ ਗਏ। ਮੈਂਬਰ ਆਫ ਪਾਰਲੀਮੈਂਟ ਵਜੋਂ ਇਹ ਉਹਨਾਂ ਦੀ ਤੀਜੀ ਪਾਰੀ ਹੈ। ਪਹਿਲਾਂ 1989 ਵਿੱਚ ਤਰਨਤਾਰਨ ਤੋਂ ਅਤੇ ਫਿਰ 1999 ਵਿੱਚ ਸੰਗਰੂਰ ਤੋਂ MP ਰਹਿ ਚੁੱਕੇ ਸਨ। ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੇ ਮਾਇਨੇ ਸਮਝਣ ਲਈ ਸਭ ਤੋਂ ਅਹਿਮ ਹੈ ਆਮ ਆਦਮੀ ਪਾਰਟੀ ਦੀ ਹਾਰ ਦੇ ਕਾਰਨਾਂ ਨੂੰ ਸਮਝਣਾ। ਇਸ ਦਾ ਸਭ ਤੋਂ ਮੁੱਖ ਕਾਰਨ ਤਾਂ ਇਹੀ ਹੈ ਕਿ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਗਿਆ। ਰਵਾਇਤੀ ਪਾਰਟੀਆਂ ਤੋਂ ਅੱਕ ਕੇ ਹੀ ਪੰਜਾਬੀਆਂ ਨੇ ਆਪ ਨੂੰ ਜਿਤਾਇਆ ਸੀ। ਮਾਲਵੇ ਨੇ ਤਾਂ ਆਪ ਨੂੰ ਆਪਣਾ ਸਭ ਕੁਝ ਹੀ ਸਮਝ ਲਿਆ ਸੀ। ਲੇਕਿਨ 3 ਮਹੀਨੇ ਵਿੱਚ ਜਿਸ ਤਰ੍ਹਾਂ ਪੰਜਾਬ ਦੀ ਸੂਬੇਦਾਰੀ ਬੇਗਾਨਿਆਂ ਦੇ ਕਦਮਾਂ ਵਿੱਚ ਰੋਲੀ ਗਈ, ਪੰਜਾਬੀਆਂ ਨੂੰ ਸਮਝ ਆ ਗਿਆ ਕਿ ਕੋਈ ਵੀ ਪਾਰਟੀ, ਭਾਵੇਂ ਉਹ ਕਾਂਗਰਸ ਹੈ, ਆਮ ਆਦਮੀ ਹੈ ਜਾਂ ਭਾਜਪਾ ਜਾਂ ਕੋਈ ਹੋਰ, ਜੋ ਵੀ ਕੇਂਦਰ ਤੋਂ ਕੰਟਰੋਲ ਹੋਵੇਗੀ, ਕਦੇ ਵੀ ਪੰਜਾਬ ਨਾਲ ਵਫਾ ਨਹੀਂ ਨਿਭਾ ਸਕੇਗੀ। ਪੰਜਾਬ ਦੇ ਮੁੱਖ ਮੰਤਰੀ ਬਣਨ ਤੇ ਬਾਅਦ ਭਗਵੰਤ ਮਾਨ ਦਾ ਅਰਵਿੰਦ ਕੇਜਰੀਵਾਲ ਦੇ ਪੈਰੀ ਪੈਣਾ ਪੰਜਾਬੀਆਂ ਨੂੰ ਬਿਲਕੁਲ ਹੀ ਚੰਗਾ ਨਹੀਂ ਲੱਗਿਆ। ਉਹਨਾਂ ਇਸ ਨੂੰ ਪੰਜਾਬ ਦੀ ਪੱਗ ਨੂੰ ਕਿਸੇ ਹੋਰ ਦੇ ਪੈਰਾਂ ਹੇਠ ਰੋਲਣ ਵਜੋਂ ਦੇਖਿਆ। ਉੱਪਰੋਂ ਚੋਣ ਪ੍ਰਚਾਰ ਦੇ ਵੇਲੇ ਰੋਡ ਸ਼ੋਅ ਦੇ ਦੌਰਾਨ ਕੇਜਰੀਵਾਲ ਵੱਲੋਂ ਭਗਵੰਤ ਮਾਨ ਨੂੰ ਗੱਡੀ ਦੀ ਸਾਈਡ ਤੇ ਇੱਕ ਆਮ ਕਾਰਜਕਰਤਾ ਵਾਂਗੂ ਟੰਗੇ ਹੋਣ ਨੇ ਵੀ ਦੱਸ ਦਿੱਤਾ ਕਿ ਭਗਵੰਤ ਮਾਨ ਦੀ ਕੀ ਹੈਸੀਅਤ। ਤਲਬਦਾਰੀ ਦੇ ਇਸ ਪ੍ਰਦਰਸ਼ਨ ਨੇ ਖੁਦ ਭਗਵੰਤ ਮਾਨ ਦੀ ਸ਼ਖਸੀਅਤ ਨੂੰ ਗ੍ਰਹਿਣ ਲਾ ਦਿੱਤਾ, ਜਿਸ ਨਾਲ ਵੋਟਰ ਦੀ ਆਸਾਂ ਅਤੇ ਉਮੀਦਾਂ ਤੇ ਪਾਣੀ ਫਿਰ ਗਿਆ। ਇਸ ਦਾ ਖਾਮਿਆਜਾ ਵੋਟਾਂ ਪ੍ਰਤੀ ਨਿਰਾਸ਼ਾ ਤੋਂ ਹੀ ਦੇਖਿਆ ਜਾ ਸਕਦਾ ਹੈ। 3 ਮਹੀਨੇ ਦੀ ਕਾਰਗੁਜ਼ਾਰੀ ਵੀ ਲੋਕਾਂ ਦੇ ਸਾਹਮਣੇ ਰਹੀ। ਭ੍ਰਸ਼ਟਾਚਾਰ ਅਤੇ ਬੇਰੁਜ਼ਗਾਰੀ ਦੇ ਮੁੱਦੇ ਨੂੰ ਲੋਕ ਗੰਭੀਰਤਾ ਨਾਲ ਨਾ ਵੀ ਲੈਂਦੇ, ਨਵੀਂ ਐਕਸਾਈਜ਼ ਪਾਲਿਸੀ ਅਤੇ ਮਾਈਨਿੰਗ ਨੀਤੀ ਨੂੰ ਵੀ ਦਰਕਿਨਾਰ ਕਰ ਦਿੰਦੇ, ਲੇਕਿਨ ਰਾਜ ਸਭਾ ਵਿੱਚ ਪੰਜਾਬ ਦੇ ਕੋਟੇ ਵਿੱਚੋਂ ਭੇਜੇ ਗਏ ਗੈਰ ਪੰਜਾਬੀ ਮੈਂਬਰਾਂ ਰਾਘਵ ਚੱਢਾ ਅਤੇ ਸੰਦੀਪ ਪਾਠਕ ਵਾਲੇ ਨਿਰਣੇ ਨੂੰ ਪੰਜਾਬੀਆਂ ਨੇ ਬਹੁਤ ਹੀ ਗੰਭੀਰਤਾ ਨਾਲ ਲਿਆ। ਕੇਜਰੀਵਾਲ ਦੀ ਮਨਮਰਜ਼ੀ ਨੂੰ ਪੰਜਾਬ ਬਰਦਾਸ਼ਤ ਨਹੀਂ ਕਰਦਾ। ਲੋਕ ਸਰਕਾਰੀ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਹਟਾਉਣ ਦੇ ਮਸਲੇ ਵਿੱਚ ਛਿੜੇ ਵਿਵਾਦ ਨੂੰ ਵੀ ਅਣਗੌਲਿਆ ਕਰ ਗਏ, ਲੇਕਿਨ ਅਮਨ ਕਾਨੂੰਨ ਦੇ ਹਾਲਾਤਾਂ ਨੂੰ ਕਿਵੇਂ ਅਣਗੌਲਿਆ ਕਰਦੇ, ਜਿੱਥੇ ਦਿਨ ਦਹਾੜੇ ਪਹਿਲਾਂ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਅਤੇ ਨਾਮਵਰ ਗਾਇਕ ਖੁਸ਼ਦੀਪ ਸਿੰਘ ਉਰਫ ਸਿੱਧੂ ਮੂਸੇਵਾਲ ਦਾ ਕਤਲ ਹੋ ਜਾਂਦਾ ਹੈ। ਉਹ ਵੀ ਪੰਜਾਬ ਸਰਕਾਰ ਵੱਲੋਂ ਬੜੇ ਢੋਲ ਮਜੀਰੇ ਨਾਲ VIPs ਦੀ ਸਿਕਿਉਰਿਟੀ ਹਟਾਉਣ ਦੇ ਦੂਜੇ ਦਿਨ ਹੀ। ਇਸ ਨਾਲ ਆਪ ਪ੍ਰਤੀ ਨਿਰਾਸ਼ਾ ਪੈਦਾ ਹੋਣੀ ਸੁਭਾਵਕ ਸੀ ਅਤੇ ਨਤੀਜਾ ਸਭ ਦੇ ਸਾਹਮਣੇ ਹੈ। ਜਿੱਥੋਂ ਤੱਕ ਹੋਰ ਪਾਰਟੀਆਂ ਦੀ ਕਾਰਗੁਜ਼ਾਰੀ ਦਾ ਸੰਬੰਧ ਹੈ, ਉਹਨਾਂ ਤੋਂ ਤਾਂ ਸੰਗਰੂਰ ਵਾਸੀ ਪਹਿਲਾਂ ਹੀ ਅੱਕੇ ਹੋਏ ਸਨ। ਸ਼੍ਰੋਮਣੀ ਅਕਾਲੀ ਦਲ ਬਾਦਲ ਭਲੇ ਹੀ ਬੇਸ਼ਰਮੀ ਭਰੀਆਂ ਜੋ ਵੀ ਗੱਲਾਂ ਕਰੇ, ਹਰ ਇਲੈਕਸ਼ਨ ਤੋਂ ਬਾਅਦ ਇਸ ਦੀ ਹਾਲਤ ਹੋਰ ਵੀ ਪਤਲੀ ਹੁੰਦੀ ਜਾ ਰਹੀ ਹੈ, ਕਿਉਂਕਿ ਉਹ ਗਲਤੀ ਮੰਨ ਕੇ ਸੱਚੇ ਮਨੋਂ ਲੋਕਾਂ ਦੇ ਸਾਹਮਣੇ ਆਉਣ ਦੀ ਬਜਾਏ ਚਤਰਾਈਆਂ ਸਦਕੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਵਿੱਚ ਲੱਗਿਆ ਹੋਇਆ ਹੈ। ਉਹ ਹੋਰ ਸਿਆਸੀ ਪਾਰਟੀਆਂ ਵਾਂਗੂ ਹੀ ਤਿਕੜਮਬਾਜ਼ੀ ਨੂੰ ਹੀ ਸਿਆਸਤ ਸਮਝਦਾ ਹੈ। ਉਸ ਨੂੰ ਨਹੀਂ ਪਤਾ ਕਿ ਗੁਰਾਂ ਦੇ ਨਾਂ ਤੇ ਵਸਦੇ ਇਸ ਪੰਜਾਬ ਵਿੱਚ ਮੀਸਣਪੁਣਾ ਅਤੇ ਲੂੰਬੜ ਚਾਲਾ ਨਹੀਂ, ਨੇਕ ਨੀਅਤੀ ਦੀ ਹੀ ਸਿਆਸਤ ਚੱਲਣੀ ਹੈ। ਹੋਰਾਂ ਨੂੰ ਤਾਂ ਸਿੱਖ ਮੁਆਫ ਵੀ ਕਰ ਸਕਦੇ ਹਨ ਕਿ ਉਹ ਹਨ ਹੀ ਇਹੋ ਜਿਹੇ, ਲੇਕਿਨ ਸਿੱਖ ਦਿੱਖ ਵਾਲੇ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਜ਼ਿਆਦਾ ਗੁਨਾਹਗਾਰ ਹੈ ਜਿਸ ਨੂੰ ਸਿੱਖ ਮਾਨਸਿਕਤਾ ਅਤੇ ਸਿੱਖੀ ਵਿਰਸੇ ਦਾ ਪਤਾ ਹੈ। ਜੇ ਉਹ ਵੀ ਹੇਰਾ ਫੇਰੀਆਂ ਕਰੇ ਤਾਂ ਉਸ ਨੂੰ ਸਬਕ ਮਿਲਣਾ ਹੀ ਚਾਹੀਦਾ ਹੈ। ਇਸ ਲਈ ਅਕਾਲੀ ਦਲ ਬਾਦਲ ਦੀ ਹਰ ਚਾਲ ਨਾਕਾਮ ਹੋ ਗਈ। ਉਹਨਾਂ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਮੈਦਾਨ ਵਿੱਚ ਉਤਾਰ ਕੇ ਬੰਦੀ ਸਿੰਘਾਂ ਪ੍ਰਤੀ ਕੌਮ ਦੀ ਹਮਦਰਦੀ ਦੀਆਂ ਵੋਟਾਂ ਲੈਣ ਦੀ ਜੋ ਚਾਲ ਚਲੀ, ਇਸੇ ਹੀ ਨਕਾਬ ਹੇਠਾਂ ਉਹਨਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਆਪਣੀ ਸਪੋਰਟ ਲਈ ਪਹੁੰਚ ਕੀਤੀ। ਲੋਕਾਂ ਨੇ ਬਾਦਲ ਦਲ ਦੀ ਖੇਡ ਸਮਝ ਲਈ ਸੀ ਅਤੇ ਬੀਬੀ ਕਮਲਦੀਪ ਕੌਰ ਰਾਜੋਆਣਾ ਪ੍ਰਤੀ ਹਮਦਰਦੀ ਦੇ ਬਾਵਜੂਦ ਉਸ ਨੂੰ ਪਾਰਟੀ ਕਰਕੇ ਵੋਟ ਨਹੀਂ ਪਾਈ।
ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਸੁਖਬੀਰ ਬਾਦਲ ਦੇ ਪੰਥਕ ਦਰਦ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਇਸੇ ਕਰਕੇ ਉਹਨਾਂ ਆਪਣੀ ਉਮੀਦਵਾਰੀ ਵੀ ਨਹੀਂ ਛੱਡੀ। ਇਸ ਤਰ੍ਹਾਂ ਅਕਾਲੀ ਦਲ ਬਾਦਲ ਦਾ ਪਾਸਾ ਪੁੱਠਾ ਪੈ ਗਿਆ। ਇੱਥੇ ਇੱਕ ਦਿਲਚਸਪ ਨਜ਼ਰੀਏ ਦਾ ਵੀ ਜ਼ਿਕਰ ਜ਼ਰੂਰੀ ਹੈ ਕਿ ਸੁਖਬੀਰ ਬਾਦਲ ਨੇ ਜੋ ਦਾਅ ਚੜਿਆ ਸੀ, ਸਰਦਾਰ ਸਿਮਰਨਜੀਤ ਸਿੰਘ ਮਾਨ ਉਸ ਵਿੱਚ ਪੂਰੀ ਤਰ੍ਹਾਂ ਫਸ ਸਕਦੇ ਸਨ। ਉਹਨਾਂ ਦੀ ਸਿਆਣਪ ਸੀ ਜਾਂ ਸੰਯੋਗ ਕਿ ਉਹ ਬਚ ਗਏ, ਵਰਨਾ ਸਰਦਾਰ ਮਾਨ ਕਿਤੇ ਮੂੰਹ ਦਿਖਾਉਣ ਜੋਗੇ ਵੀ ਨਹੀਂ ਸਨ ਬਚਣੇ। ਚੋਣਾਂ ਤੋਂ ਪਹਿਲਾਂ ਜਦ ਸੁਖਬੀਰ ਬਾਦਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਮਿਲਣ ਗਏ ਸੀ ਤਾਂ ਕਿਆਸ ਅਰਾਈਆਂ ਇਹ ਲੱਗ ਰਹੀਆਂ ਸਨ ਕਿ ਸ਼ਾਇਦ ਸੁਖਬੀਰ ਬਾਦਲ ਆਪਣੀ ਕਮਜ਼ੋਰ ਪੋਜੀਸ਼ਨ ਨੂੰ ਸਮਝ ਕੇ ਸੁਹਿਰਦਤਾ ਨਾਲ ਸਰਦਾਰ ਮਾਨ ਨੂੰ ਸਪੋਰਟ ਕਰਨ ਲਈ ਜਾ ਰਹੇ ਹਨ। ਚਰਚਾ ਵੀ ਛਿੜ ਗਈ ਕਿ ਬੜਾ ਵਧੀਆ ਸਮਾਂ ਬਣਨ ਲੱਗਾ ਹੈ ਪੰਥਕ ਏਕਤਾ ਦਾ। ਸ਼ਾਇਦ ਸਰਦਾਰ ਮਾਨ ਵੀ ਇਹੀ ਚਾਹ ਰਹੇ ਸਨ। ਉਹ ਵੀ ਲਗਾਤਾਰ ਦਰਪੇਸ਼ ਪੈ ਰਹੀਆਂ ਹਾਰਾਂ ਤੋਂ ਅੱਕ ਚੁੱਕੇ ਸਨ। ਲੇਕਿਨ ਸੁਖਬੀਰ ਬਾਦਲ ਨੇ ਉਮੀਦ ਦੇ ਉਲਟ ਸਰਦਾਰ ਮਾਨ ਤੋਂ ਬੀਬੀ ਰਾਜੋਆਣਾ ਦੀ ਸਪੋਰਟ ਵਿੱਚ ਆਪਣੀ ਉਮੀਦਵਾਰੀ ਛੱਡਣ ਲਈ ਕਿਹਾ। ਸੁਖਬੀਰ ਬਾਦਲ ਦਾ ਭਾਵ ਸੀ, ਤੁਸੀਂ ਤਾਂ ਹਾਰਨਾ ਹੀ ਹੈ, ਚੰਗਾ ਹੋਵੇਗਾ ਬੰਦੀ ਸਿੰਘਾਂ ਵਾਲੇ ਕੈਂਡੀਡੇਟ ਨੂੰ ਹੀ ਸਪੋਰਟ ਕਰ ਦਿਓ, ਸਿਆਣਪ ਕਹੋ ਜਾਂ ਕੁਝ ਹੋਰ। ਸਰਦਾਰ ਮਾਨ ਨੇ ਸੁਖਬੀਰ ਬਾਦਲ ਦੀ ਪ੍ਰਪੋਜ਼ਲ ਨੂੰ ਠੁਕਰਾ ਦਿੱਤਾ ਅਤੇ ਅੱਜ ਨਤੀਜਾ ਸਭ ਦੇ ਸਾਹਮਣੇ ਹੈ। ਪਰ ਖੁਦਾ ਨਾ ਖਾਸਤਾ ਜੇ ਇਸ ਤਰ੍ਹਾਂ ਹੋ ਜਾਂਦਾ ਕਿ ਸੁਖਬੀਰ ਬਾਦਲ ਸਰਦਾਰ ਮਾਨ ਨੂੰ ਸਪੋਰਟ ਕਰਨ ਦੀ ਹੀ ਗੱਲ ਕਰ ਦਿੰਦੇ ਅਤੇ ਸਰਦਾਰ ਮਾਨ ਮੰਨ ਵੀ ਜਾਂਦੇ, ਫਿਰ ਕੀ ਹੁੰਦਾ? ਫਿਰ ਜੋ ਹੁੰਦਾ, ਜਦ ਲੋਕ ਸੁਖਬੀਰ ਨੂੰ ਸਰਦਾਰ ਮਾਨ ਦੀ ਸਟੇਜ ਤੇ ਦੇਖਦੇ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਪੱਲੇ ਕੀ ਰਹਿਣਾ ਸੀ? ਜਿਤਨਾ ਹਾਰਨਾ ਤਾਂ ਬਾਅਦ ਦੀ ਗੱਲ ਸੀ, ਸਰਦਾਰ ਮਾਨ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ, ਕੌਮੀ ਇੱਜ਼ਤ ਗਵਾ ਦਿੰਦੇ। ਖੈਰ, ਉਹ ਬਚ ਗਏ। ਅਜਿਹਾ ਨਹੀਂ ਹੋਇਆ। ਇੱਕ ਵੀ ਗਲਤ ਫੈਸਲਾ ਉਹਨਾਂ ਨੂੰ ਕੂੜੇਦਾਨ ਵਿੱਚ ਸੁੱਟ ਸਕਦਾ ਸੀ, ਪਰ ਸਹੀ ਵਕਤ ਤੇ ਸਹੀ ਫੈਸਲਾ ਉਹਨਾਂ ਨੂੰ ਜਿੱਤ ਦੀ ਜਸ਼ਨ ਵੱਲ ਲੈ ਗਿਆ। ਇਸ ਤੋਂ ਇਲਾਵਾ ਸਰਦਾਰ ਮਾਨ ਨਾਲ ਲੋਕਾਂ ਦੀ ਸਹਿਜ ਸਿੰਪਥੀ ਵੀ ਜੁੜ ਗਈ ਸੀ। ਲੋਕਾਂ ਨੂੰ ਸਰਦਾਰ ਮਾਨ ਦਾ ਇਹ ਗਿਲਾ ਵੀ ਯਾਦ ਸੀ ਕਿ ਮੈਂ ਕੌਮ ਲਈ ਜੂਝਦਾ ਹਾਂ, ਲੇਕਿਨ ਕੌਮ ਮੈਨੂੰ ਵੋਟ ਨਹੀਂ ਪਾਉਂਦੀ। ਲੋਕਾਂ ਨੂੰ ਇਹ ਵੀ ਦਿਸ ਰਿਹਾ ਸੀ ਕਿ ਇੱਕੋ ਅਕਾਲੀ ਲੀਡਰ ਹੈ ਜਿਸ ਨੇ ਆਪਣਾ ਸਟੈਂਡ ਨਹੀਂ ਬਦਲਿਆ, ਮੌਕਾ ਪ੍ਰਸਤ ਸਿਆਸਤ ਨਹੀਂ ਖੇਡੀ, ਖਾਲਿਸਤਾਨ ਦੀ ਗੱਲ ਕੀਤੀ, ਸੈਂਕੜੇ ਕੇਸ ਭੁਗਤੇ ਪਰ ਈਨ ਨਹੀਂ ਮੰਨੀ। ਜ਼ਿੰਦਗੀ ਦੇ ਆਖਰੀ ਮੋੜ ਤੇ ਵੀ ਉਹ ਮਾਯੂਸ ਨਹੀਂ ਦਿਸਦਾ। ਇਸ ਸਿੰਪਥੀ ਵਿੱਚ ਦੀਪ ਸਿੱਧੂ ਦਾ ਵੀ ਕਾਫੀ ਹੱਥ ਹੈ। ਉਸ ਦੀ ਵੰਗਾਰ ਵੀ ਲੋਕਾਂ ਨੂੰ ਹਲੂਣਾ ਦੇ ਰਹੀ ਸੀ ਕਿ ਮੁਕਾਬਲਾ ਝਾੜੂ ਅਤੇ ਕਿਰਪਾਨ ਦੇ ਵਿੱਚ ਹੈ। ਇਹ ਪੰਜਾਬ ਨੇ ਚੁਣਨਾ ਹੈ ਕਿ ਉਸ ਦੇ ਵੀ ਹੱਥ ਵਿੱਚ ਝਾੜੂ ਹੋਵੇ ਜਾਂ ਕਿਰਪਾਨ। ਉਸ ਦੀ ਭੇਦ ਭਰੇ ਹਾਲਾਤਾਂ ਵਿੱਚ ਹੋਈ ਮੌਤ ਇਹਨਾਂ ਬੋਲਾਂ ਨੂੰ ਹੋਰ ਵੀ ਮਜ਼ਬੂਤ ਕਰ ਰਹੀ। ਉੱਪਰੋਂ ਸਿੱਧੂ ਮੂਸੇਵਾਲਾ ਦਾ ਕਤਲ ਮਾਨ ਸਾਹਿਬ ਦੇ ਨਜ਼ਰੀਏ ਨੂੰ ਹੋਰ ਵੀ ਬੁਲੰਦ ਕਰ ਗਿਆ। ਇਨ੍ਹਾਂ ਹੀ ਨੁਕਤਿਆਂ ਦੇ ਮੱਦੇਨਜ਼ਰ ਸਰਦਾਰ ਮਾਨ ਦੀ ਜਿੱਤ ਨੂੰ ਦੇਖਿਆ ਜਾ ਸਕਦਾ ਹੈ। ਹਾਲਾਂਕਿ ਸਿਆਸੀ ਮਾਹਰ ਸਰਦਾਰ ਮਾਨ ਦੀ ਇਸ ਜਿੱਤ ਨੂੰ ਮੋਟੇ ਤੌਰ ਤੇ 5 ਕਾਰਨਾਂ ਕਰਕੇ ਮੰਨਦੇ ਹਨ। ਨਾਖੁਸ਼ ਵੋਟਰ, ਚੋਣਾਂ ਵਿਚਕਾਰ ਸਿੱਧੂ ਮੂਸੇਵਾਲਾ ਦਾ ਕਤਲ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਤੇ ਸਰਕਾਰਾਂ ਦੀ ਢਿੱਲ ਮੱਠ ਕਰਕੇ ਪਨਪ ਰਹੀ ਬੇਵਿਸਾਹੀ, ਕਿਸਾਨ ਅੰਦੋਲਨ ਕਰਕੇ ਸਿੱਖ ਮਾਮਲਿਆਂ ਪ੍ਰਤੀ ਜਾਗਰੂਕ ਹੋਇਆ ਪੇਂਡੂ ਵੋਟਰ, ਆਪ ਦਾ ਕਮਜ਼ੋਰ ਉਮੀਦਵਾਰ ਅਤੇ 5 ਕੋਣੀ ਮੁਕਾਬਲਾ। ਠੀਕ ਹੈ, ਭਾਰਤ ਸਰਕਾਰ ਜਾਂ ਸਿੱਖ ਪੱਖ ਤੋਂ ਨਾਮੁਕਰ ਲੋਕਾਂ ਲਈ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨਾਖੁਸ਼ਗਵਾਰ ਹੈ। ਮੀਡੀਆ ਵਿੱਚ ਆਏ ਪ੍ਰਤੀਕਰਮ ਅਤੇ ਸੋਸ਼ਲ ਮੀਡੀਆ ਦੀ ਪੋਸਟਾਂ ਨੂੰ ਦੇਖ ਕੇ ਤਾਂ ਜਿਸ ਤਰ੍ਹਾਂ ਇਸ ਨੂੰ ਖਾਲਿਸਤਾਨ ਦੀ ਜਿੱਤ ਨਾਲ ਜੋੜ ਕੇ ਦੇਖਿਆ ਗਿਆ, ਇਸ ਤੋਂ ਸਾਫ਼ ਹੁੰਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਦੇ ਕਾਲਜੇ ਮਚੇ। ਪੰਜਾਬ ਦੇ ਕਾਮਰੇਡ ਲਿਖਾਰੀਆਂ ਨੇ ਇਸ ਨੂੰ ਕੱਟੜਪੰਥੀ ਅਕਾਲੀ ਸਿਆਸਤ ਦੀ ਪੁਨਰ ਸੁਰਜੀਤੀ ਵਜੋਂ ਅਫਸੋਸਨਾਕ ਦੱਸਿਆ। ਦ ਪ੍ਰਿੰਟ ਨਾਲ ਗੱਲਬਾਤ ਕਰਦੇ ਹੋਏ ਚੰਡੀਗੜ੍ਹ ਦੇ ਇੰਸਟੀਚਿਊਟ ਆਫ ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨਸ ਦੇ ਡਾਇਰੈਕਟਰ ਪ੍ਰਮੋਦ ਕੁਮਾਰ ਨੇ ਇਸ ਨੂੰ ਪੰਜਾਬ ਵਿੱਚ ਕੱਟੜਵਾਦ ਦੇ ਭਾਰੂ ਰੰਗਾਂ ਨਾਲ ਅਕਾਲੀ ਰਾਜਨੀਤੀ ਦਾ ਮੁੜ ਉਭਾਰ ਕਿਹਾ। ਉਹਨਾਂ ਮੁਤਾਬਕ ਇਸ ਸਿਆਸਤ ਦੇ 3 ਹਿੱਸੇ ਹਨ: ਪੰਥਕ, ਸੂਬਾਈ ਅਤੇ ਕਿਸਾਨੀ। ਉਹਨਾਂ ਮੁਤਾਬਕ ਲੱਗਦਾ ਹੈ ਸਰਦਾਰ ਮਾਨ ਨੂੰ ਇਹਨਾਂ ਸਾਰੇ ਹਿੱਸਿਆਂ ਦਾ ਸਮਰਥਨ ਮਿਲਿਆ ਹੈ।
ਹਾਲਾਂਕਿ ਪੰਜਾਬੀਆਂ ਲਈ ਇਸ ਜਿੱਤ ਦੇ ਹੋਰ ਵੀ ਡੂੰਘੇ ਮਾਇਨੇ ਹਨ। ਵਿਚਾਰਧਾਰਕ ਪੱਖੋਂ ਜਾਂ ਵਿਅਕਤੀਗਤ ਕਾਰਨਾਂ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਕਿਸੇ ਦੇ ਵਖਰੇਵੇਂ ਹੋ ਸਕਦੇ ਹਨ, ਪਰ ਇਹਨਾਂ ਵਖਰੇਵਿਆਂ ਨੂੰ ਪਾਸੇ ਰੱਖ ਕੇ ਦੇਖਣ ਵਾਲਾ ਹਰ ਪੰਜਾਬ ਦਰਦੀ ਇਸ ਜਿੱਤ ਨੂੰ ਸਹੀ ਸ਼ਗਨ ਵਜੋਂ ਦੇਖਦਾ ਹੈ। ਭਵਿੱਖ ਵਿੱਚ ਕਿਸੇ ਨਵੇਂ ਸਮੀਕਰਨ ਦੇ ਆਸਾਰ ਪ੍ਰਤੀ ਵੀ ਚੰਗੀ ਉਮੀਦ ਪੈਦਾ ਹੁੰਦੀ ਹੈ। ਹਾਲਾਂਕਿ ਇਸ ਜਿੱਤ ਨਾਲ ਕੋਈ ਬਹੁਤ ਵੱਡਾ ਫਰਕ ਪੈ ਜਾਏਗਾ ਜਾਂ ਪੰਥ ਇੱਕਦਮ ਕਿਸੇ ਨਿਰਣਾਇਕ ਮੋੜ ਤੇ ਪਹੁੰਚ ਜਾਏਗਾ, ਅਜਿਹਾ ਨਹੀਂ ਹੈ। ਖਾਲਿਸਤਾਨ ਦੀ ਗੱਲ ਕਰਨ ਵਾਲੇ ਸਰਦਾਰ ਮਾਨ ਦਾ ਭਾਰਤੀ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਚੋਣਾਂ ਲੜਨੀਆਂ, ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦਾ ਹੌਸਲਾ ਹੀ ਉਹਨਾਂ ਦੀ ਅਸਲ ਸ਼ਕਤੀ ਹੈ, ਜੋ ਨਾ ਸਿਰਫ ਸਿੱਖਾਂ ਨੂੰ ਬਲਕਿ ਹਰ ਜਮਹੂਰੀਅਤ ਪਸੰਦ ਨੂੰ ਪ੍ਰਭਾਵਿਤ ਕਰਦੀ ਹੈ। ਉਹਨਾਂ ਦੀ ਜਿੱਤ ਸਿੱਖ ਲੀਡਰਸ਼ਿਪ ਦੇ ਉਸ ਖਲਾਅ ਨੂੰ ਵੀ ਪੂਰਦੀ ਹੈ ਜਿਸ ਦੀ ਲੰਮੇ ਸਮੇਂ ਤੋਂ ਪੰਥ ਨੂੰ ਉਡੀਕ ਸੀ, ਜੋ ਉਹਨਾਂ ਦੀ ਆਵਾਜ਼ ਬਣੇ, ਸਿੱਧੀ ਤੇ ਸਾਫ਼ ਗੱਲ ਕਹੇ, ਬਿਨਾਂ ਕਿਸੇ ਲਾਗ ਲਪੇਟ ਦੇ, ਬਿਨਾਂ ਕਿਸੇ ਚਾਪਲੂਸੀ ਜਾਂ ਡਰ ਦੇ। ਸਿੱਖੀ ਵਿੱਚ ਗਿਣਤੀ ਮਾਇਨੇ ਨਹੀਂ ਰੱਖਦੀ, ਕਿਰਦਾਰ ਮਾਇਨੇ ਰੱਖਦਾ ਹੈ। ਜ਼ੁਰਤ ਤਾਰੀਖ ਸਿਰਜਦੀ ਹੈ। तमाम ਖਾਮੀਆਂ ਦੇ ਬਾਵਜੂਦ ਸਰਦਾਰ ਮਾਨ ਇਹ ਵਿਸ਼ਵਾਸ ਕਾਇਮ ਰੱਖ ਸਕੇ ਹਨ। ਇਸੇ ਮਾਇਨੇ ਵਿੱਚ ਇਹ ਜਿੱਤ ਪਾਰਲੀਮੈਂਟ ਵਿੱਚ ਉਹਨਾਂ ਦੀ ਸਿੰਘ ਦਹਾੜ ਮੰਨੀ ਜਾਏਗੀ। ਤੁਸੀਂ ਸੋਚੋ, ਜਿਸ ਸੋਚ ਨੂੰ 90% ਸੰਸਦ ਮੈਂਬਰ ਨਫ਼ਰਤ ਕਰਦੇ ਹਨ, ਉਸੇ ਨੂੰ ਮਜਬੂਰਨ ਉਹਨਾਂ ਨੂੰ ਪਾਰਲੀਮੈਂਟ ਵਿੱਚ ਸੁਣਨਾ ਪਵੇਗਾ। ਇਹ ਕੋਈ ਛੋਟੀ ਗੱਲ ਨਹੀਂ ਹੈ। ਮੌਜੂਦਾ ਸਮੇਂ ਵਿੱਚ ਜਦ ਘੱਟ ਗਿਣਤੀਆਂ ਪ੍ਰਤੀ ਸਰਕਾਰ ਦਾ ਵਤੀਰਾ ਕਿਸੇ ਕਾਲੇ ਦੌਰ ਨਾਲੋਂ ਘੱਟ ਨਹੀਂ, ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਇਸ ਕਾਲੇ ਦੌਰ ਦੇ ਵਿੱਚ ਇੱਕ ਆਸ ਦੀ ਕਿਰਨ ਜ਼ਰੂਰ ਬਣੇਗੀ। ਇਸੇ ਤਰ੍ਹਾਂ ਹਿੰਦੁਸਤਾਨ ਵਿੱਚ ਸਿੱਖਾਂ ਦੀ ਵਰਤਮਾਨ ਹੋਣੀ ਵਿੱਚ ਵੀ ਇਹ ਜਿੱਤ ਇੱਕ ਮੀਲ ਪੱਥਰ ਸਾਬਤ ਹੋਵੇਗੀ। ਇਸੇ ਨਾਲ ਦਿਓ ਇਜਾਜ਼ਤ। ਖੁਸ਼ ਰਹੋ, ਆਬਾਦ ਰਹੋ। ਵੀਡੀਓ ਸੁਣਨ ਲਈ ਆਪ ਸਭ ਦਾ ਧੰਨਵਾਦ। ਜੇ ਤੁਹਾਨੂੰ ਸਾਡਾ ਉਦਮ ਚੰਗਾ ਲੱਗਦਾ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਲਾਈਕ ਕਰੋ, ਸ਼ੇਅਰ ਵੀ ਵੱਧ ਤੋਂ ਵੱਧ ਕਰੋ। ਆਪਣੇ ਕਮੈਂਟ ਹੇਠਾਂ ਕਮੈਂਟ ਬਾਕਸ ਵਿੱਚ ਦੇ ਕੇ ਸਾਡਾ ਮਾਰਗਦਰਸ਼ਨ ਕਰੋ। ਪਾਓ ਦਸਮ ਪਿਤਾ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਆਖੈ ਸੱਚ ਸੁਣਾਈ ਸੀ, ਸੱਚ ਕੀ